प्यारे बच्चों, today we are going to discuss some NCERT based numerical problems on position time graph for uniform motion। आओ सब नालों पहला ਅਸੀਂ ਫਸਟ ਨੂਮੈਰੀਕਲ ਨੂੰ ਅਸੀਂ ਡਿਸਕਸ ਕਰਦੇ ਹਾਂ। ਇਹ ਪਹਿਲੇ ਨੂਮੈਰੀਕਲ ਦੀ ਜਿਹੜੀ ਸਟੇਟਮੈਂਟ ਹੈ ਤੇ ਮੈਂ ਤੁਹਾਨੂੰ ਜਿਹੜਾ ਹੈ ਪਹਿਲਾਂ ਸਮਝਾ ਦਿੰਦਾ ਕਿ ਇੱਕ ਲੇਡੀ ਜਿਹੜੀ ਹੈ ਆਪਣੇ ਘਰੋਂ ਆਫਿਸ ਗਈ। ਆਫਿਸ ਦੀ ਜਿਹੜੀ ਦੂਰੀ ਹੈ ਇਟ ਇਜ਼ 2.5 ਕਿਲੋਮੀਟਰ। ਆਫਿਸ ਜਿਹੜਾ ਕਿੰਨਾ ਦੂਰ ਹੈ ਉਹਦਾ 2.5 ਕਿਲੋਮੀਟਰ ਤੇ ਉਹ ਆਪਣੇ ਘਰੋਂ ਕਿੰਨੇ ਵਜੇ ਤੁਰੀ 9 AM 9 ਵਜੇ ਜਿਹੜੀ ਹੈ ਆਪਣੇ ਘਰੋਂ ਤੁਰੀ ਤੇ ਆਫਿਸ ਨੂੰ ਗਈ ਤੇ ਆਫਿਸ ਦਾ ਜਿਹੜਾ ਡਿਸਟੈਂਸ ਹੈ 2.5 ਕਿਲੋਮੀਟਰ। ਤੇ ਜਦੋਂ ਆਫਿਸ ਗਈ ਤੇ ਕਿੰਨੀ ਸਪੀਡ ਦੇ ਨਾਲ ਗਈ 5 ਕਿਲੋਮੀਟਰ ਪਰ ਆਰ 5 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਉਹ ਆਫਿਸ ਗਈ। ਦੈਨ ਗਈ ਕਿਸ ਤਰ੍ਹਾਂ on a straight road। ਇਹਦਾ ਮਤਲਬ ਹੈ ਕਿ ਸਾਡੇ ਕੋਲ motion in one dimension। she stay at office ਉਹ ਆਫਿਸ 'ਚ ਹੀ ਰਹੀ up to 5 PM 5 ਵਜੇ ਤੱਕ ਉਹ ਆਪਣਾ ਆਫਿਸ ਜਿਹੜਾ ਹੈ ਆਪਣਾ ਕੰਮ ਕਰਦੀ ਰਹੀ। ਉਸ ਤੋਂ ਬਾਅਦ ਉਹ ਆਪਣਾ ਜਿਹੜਾ ਘਰ ਵਾਪਸ ਆਈ with auto with the speed of 25 ਕਿਲੋਮੀਟਰ ਪਰ ਆਰ। ਜਾਂਦਿਆਂ ਸਪੀਡ ਸੀਗੀ ਉਹਦੀ 5 ਕਿਲੋਮੀਟਰ ਪਰ ਆਰ ਤੇ ਜਦੋਂ ਵਾਪਸ ਆਈ ਉਹਦੀ ਸਪੀਡ ਹੈਗੀ ਹੈ 25 ਕਿਲੋਮੀਟਰ ਪਰ ਆਰ। ਨਾਓ ਪਲਾਟ ਦਾ ਪੋਜੀਸ਼ਨ ਟਾਈਮ ਗ੍ਰਾਫ ਫॉर ਹਰ ਮੋਸ਼ਨ। ਉਸ ਵੂਮਨ ਦਾ ਅਸੀਂ ਜਿਹੜਾ ਹੈ ਪੋਜੀਸ਼ਨ ਟਾਈਮ ਗ੍ਰਾਫ ਜਿਹੜਾ ਅਸੀਂ ਉਹ ਪਲਾਟ ਕਰਨਾ ਹੈ। ਨਾਓ ਪੋਜੀਸ਼ਨ ਟਾਈਮ ਗ੍ਰਾਫ ਤੇ ਤਾਂ ਹੀ ਪਲਾਟ ਹੋਏਗਾ ਜੇਕਰ ਸਾਨੂੰ ਉਹਦੀ ਪੋਜੀਸ਼ਨ ਡਿਫਰੈਂਟ ਟਾਈਮਸ ਦੇ ਉੱਪਰ ਪਤਾ ਹੋਏਗੀ। ਇਹਦਾ ਮਤਲਬ ਸਭ ਨਾਲੋਂ ਪਹਿਲਾਂ ਅਸੀਂ ਕੀ ਕਰਾਂਗੇ ਉਹਦੀਆਂ ਵੱਖਰੇ ਵੱਖਰੇ ਟਾਈਮਸ ਦੇ ਉੱਤੇ ਉਹਦੀ ਪੋਜੀਸ਼ਨ ਕੈਲਕੂਲੇਟ ਕਰਾਂਗੇ ਕਿ ਕਿੰਨੇ ਵਜੇ ਆਫਿਸ ਪਹੁੰਚੀ, ਕਿੰਨੇ ਵਜੇ ਤੱਕ ਆਫਿਸ 'ਚ ਰਹੀ ਤੇ ਬਾਅਦ ਵਿੱਚੋਂ ਘਰ ਕਿੰਨੇ ਵਜੇ ਪਹੁੰਚੀ। ਇਹ ਸਾਰਾ ਕੁਝ ਪਹਿਲਾਂ ਕੈਲਕੂਲੇਸ਼ਨ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈ ਉਹਦਾ ਪੋਜੀਸ਼ਨ ਟਾਈਮ ਗ੍ਰਾਫ ਜਿਹਨੂੰ XT ਗ੍ਰਾਫ ਕਹਿੰਦੇ ਆ ਉਹ ਆਪਾਂ ਜਿਹੜਾ ਇਹਨੂੰ ਪਲਾਟ ਕਰਾਂਗੇ। ਨਾਓ ਸਭ ਨਾਲੋਂ ਪਹਿਲਾਂ ਅਸੀਂ ਇਧਰਲੇ ਪਾਸੇ ਇਹਦੀ ਕੈਲਕੂਲੇਸ਼ਨ ਕਰਦੇ ਹਾਂ। ਨਾਓ ਸੋਲੂਸ਼ਨ ਪਹਿਲਾਂ ਲਿਖਾਂਗੇ ਅਸੀਂ ਡਿਸਟੈਂਸ ਆਫ ਆਫਿਸ। ਆਫਿਸ ਕਿੰਨਾ ਦੂਰ ਹੈ? ਆਫਿਸ ਦੀ ਜਿਹੜੀ ਦੂਰੀ ਹੈ ਇਟ ਇਜ਼ 2.5 ਕਿਲੋਮੀਟਰ। ਉਹ 2.5 ਕਿਲੋਮੀਟਰ ਜਿਹੜਾ ਹੈ ਉਹ ਦੂਰ ਹੈ। ਉਸ ਤੋਂ ਬਾਅਦ ਸਪੀਡ with which she went office। ਜਿੰਨੀ ਸਪੀਡ ਨਾਲ ਉਹ ਆਫਿਸ ਗਈ ਉਹ ਸਪੀਡ ਦੀ ਵੈਲਿਊ ਕਿੰਨੀ ਸੀ ਸਾਡੀ 5 ਕਿਲੋਮੀਟਰ ਪਰ ਆਰ। ਇੰਨੀ ਸਪੀਡ ਦੇ ਨਾਲ ਉਹ ਜਿਹੜੀ ਹੈ ਆਪਣੇ ਆਫਿਸ ਗਈ। ਨਾਓ ਟਾਈਮ ਟੂ ਰੀਚ ਆਫਿਸ। ਹੁਣ ਅਸੀਂ ਨਿਕਾਲਾਂਗੇ ਟਾਈਮ ਟੂ ਰੀਚ ਆਫਿਸ। ਆਫਿਸ ਪਹੁੰਚਣ ਦਾ ਜਿਹੜਾ ਟਾਈਮ ਹੈ ਉਹ ਕਿੰਨਾ ਆਏਗਾ? ਟਾਈਮ ਦਾ ਫਾਰਮੂਲਾ ਡਿਸਟੈਂਸ ਨੂੰ ਜਿਹੜਾ ਹੈ ਇਹਦੀ ਸਪੀਡ ਦੇ ਨਾਲ ਅਸੀਂ ਜਿਹੜਾ ਹੈ ਅਸੀਂ ਡਿਵਾਈਡ ਕਰ ਦਿੰਦੇ ਆ ਤੇ ਜੇ ਇਹਦੀ ਕੈਲਕੂਲੇਸ਼ਨ ਕਰੀਏ ਤੇ ਪੁਆਇੰਟ ਨੀਚੇ ਆ ਜਾਏਗਾ। we get 25 divided by 50 ਤੇ ਕੈਨਸਲ ਹੋ ਕੇ ਸਾਡੇ ਕੋਲ ਆ ਗਿਆ 1/2 hours। ਇਹਦਾ ਮਤਲਬ ਹੈ ਕਿ ਅੱਧੇ ਘੰਟੇ ਬਾਅਦ ਉਹ ਆਫਿਸ ਪਹੁੰਚ ਗਈ। ਅੱਧੇ ਘੰਟੇ ਦਾ ਮਤਲਬ ਹੈ 1/2 ਮਲਟੀਪਲਾਈ ਬਾਈ 60। ਇਹਨੂੰ ਕੱਟੀਏ ਤੇ ਸਾਡੇ ਕੋਲ ਆ ਗਿਆ 30 ਮਿੰਟ। ਇਹਦਾ ਮਤਲਬ 30 ਮਿੰਟਾਂ ਦੇ ਵਿੱਚ ਉਹ ਆਪਣੇ ਆਫਿਸ ਜਿਹੜੀ ਹੈ ਉਹ ਪਹੁੰਚ ਗਈ। ਕਿੰਨੇ ਵਜੇ ਤੁਰੀ ਸੀ? 9 ਵਜੇ ਤੇ 30 ਮਿੰਟ ਉਹਨੂੰ ਜਾਣ ਚ ਲੱਗੇ। ਇਹਦਾ ਮਤਲਬ ਆਫਿਸ ਕਿੰਨੇ ਵਜੇ ਪਹੁੰਚੀ? 9:30 ਤੇ। therefore time at which she reached office। हाँ जी, ऑफिस किन्ने बजे पहुंची? 9:30 AM। ਇੰਨੇ ਵਜੇ ਜਿਹੜਾ ਹੈ ਉਹ ਆਫਿਸ ਪਹੁੰਚ ਚੁੱਕੀ ਹੈ। ਸਾਨੂੰ ਪਤਾ ਲੱਗ ਗਿਆ ਉਹਦੀ ਪੋਜੀਸ਼ਨ ਕਿ 9:30 ਵਜੇ ਜਿਹੜਾ ਹੈ ਉਹ ਆਫਿਸ ਸੀ। ਨਾਓ
ਜਦੋਂ ਉਹ ਆਫਿਸ ਪਹੁੰਚੀ ਤੇ 5 ਵਜੇ ਤੱਕ ਉਹ ਆਪਣੇ ਆਫਿਸ ਹੀ ਰਹੀ। ਇਹਦਾ ਮਤਲਬ 5 ਵਜੇ ਤੱਕ ਉਹਦੀ ਪੋਜੀਸ਼ਨ ਫਰਦਰ ਚੇਂਜ ਨਹੀਂ ਹੋਈ, ਉਹ ਆਪਣੇ ਆਫਿਸ ਹੀ ਬੈਠੀ ਹੈ। ਜਦੋਂ 5 ਵਜੇ ਉਸ ਤੋਂ ਬਾਅਦ ਉਹ ਆਟੋ ਰਿਕਸ਼ਾ ਕਰਕੇ ਕਿੰਨੀ ਸਪੀਡ ਦੇ ਨਾਲ 25 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਉਹ ਆਪਣੇ ਘਰ ਵਾਪਸ ਆ ਗਈ। ਨਾਓ ਇਹਨੂੰ ਮੈਂ ਇਥੋਂ ਰੱਬ ਕਰਨ ਲੱਗਾ, ਇਥੋਂ ਨੋਟ ਕਰ ਲਓ ਕਿ ਵਾਪਸ ਵਾਲੀ ਜਿਹੜੀ ਸਪੀਡ ਹੈ 25 ਹੈ ਤੇ 5 ਵਜੇ ਤੱਕ ਉਹ ਆਫਿਸ ਸੀਗੀ। ਹੁਣ ਅਸੀਂ ਜਿਹੜੀ ਪਹਿਲੀ ਲਾਈਨ ਲਿਖਾਂਗੇ ਉਹ ਕੀ ਆਏਗੀ? she stay office कितने बजे तक? up to 5 PM 5 ਵਜੇ ਤੱਕ ਉੱਥੇ ਰਹੀ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਹੁਣ ਵਾਪਸ ਆਉਣ ਦਾ ਟਾਈਮ ਨਿਕਾਲੀਏ। ਟਾਈਮ ਟੂ ਰੀਚ ਹੋਮ, ਕਿੰਨੇ ਟਾਈਮ ਤੇ ਉਹ ਘਰ ਪਹੁੰਚੇਗੀ? ਟਾਈਮ ਦਾ ਫਾਰਮੂਲਾ डिस्टेंस से ਉਹਦਾ 2.5 ਹੀ ਰਹੇਗਾ ਕਿਉਂਕਿ ਸਟ੍ਰੇਟ ਰੋਡ ਤੇ ਜਾ ਰਹੀ ਹੈ। ਤੇ ਸਪੀਡ ਕਿੰਨੀ ਸੀ? ਵਾਪਸ ਆਉਣ ਵਾਲੀ ਸਪੀਡ ਸੀ ਉਹਦੀ 25 ਤੇ ਇਹ ਆ ਜਾਏਗਾ ਤੁਹਾਡੇ ਕੋਲ 25/250। ਇਹ ਪੁਆਇੰਟ ਦਾ ਥੱਲੇ 0 ਲੱਗ ਗਿਆ। ਇਹਦੀ ਅਸੀਂ ਕਟਿੰਗ ਕਰਦੇ ਹਾਂ ਤੇ ਸਾਡੇ ਕੋਲ ਆਉਂਦਾ ਹੈ 1/10। ਨਾਓ 1/10 ਨੂੰ ਅਸੀਂ ਆਵਰਸ ਨੇ ਇਹਦੇ ਅਸੀਂ ਜਿਹੜੇ ਨੇ ਮਿੰਟ ਬਣਾ ਦਿੰਦੇ ਆ 60 ਨਾਲ ਮਲਟੀਪਲਾਈ ਕਰਕੇ ਤੇ ਸਾਡੇ ਕੋਲ ਆ ਗਿਆ 6 ਮਿੰਟ। ਇਹਦਾ ਮਤਲਬ ਉਹਨੂੰ ਘਰ ਪਹੁੰਚਣ ਦੇ ਲਈ ਸਿਰਫ ਤੇ ਸਿਰਫ 6 ਮਿੰਟ ਲੱਗਣਗੇ। ਤੁਰੀ ਕਿੰਨੇ ਵਜੇ? 5 ਵਜੇ ਤੇ ਘਰ ਪਹੁੰਚਣ ਲਈ 6 ਮਿੰਟ ਲੱਗੇ ਕਿਉਂਕਿ ਉਹਦੀ ਸਪੀਡ ਵੱਧ ਚੁੱਕੀ ਹੈ। ਨਾਓ 6 ਮਿੰਟ ਬਾਅਦ ਉਹ ਆਪਣੇ ਘਰ ਪਹੁੰਚ ਗਈ। ਇਹਦਾ ਮਤਲਬ ਘਰ ਕਿੰਨੇ ਵਜੇ ਪਹੁੰਚੀ? 5:06 ਤੇ ਉਹ ਆਪਣੇ ਜਿਹੜਾ ਹੈ ਘਰ ਪਹੁੰਚ ਚੁੱਕੀ ਹੈ। 9:30 ਵਜੇ ਆਫਿਸ ਤੇ 5:06 ਦੇ ਉੱਤੇ ਜਿਹੜਾ ਹੈ ਉਹ ਆਪਣੇ ਜਿਹੜੀ ਹੈ ਘਰ ਪਹੁੰਚ ਚੁੱਕੀ ਹੈ। ਦਿਸ ਇਜ਼ ਦਾ ਟਾਈਮ ਹੋਮ ਪਹੁੰਚਣ ਦਾ ਜਿਹੜਾ ਹੈ ਟਾਈਮ ਜਿਹੜਾ ਹੈ ਹੋਮ ਪਹੁੰਚਣ ਦਾ ਉਹਦਾ 5:06 ਜਿਹੜਾ ਹੈ। ਆਓ ਇਸ ਸਾਰੀ ਰੀਡਿੰਗਸ ਨੂੰ ਅਸੀਂ ਹੁਣ ਇੱਕ ਪੋਜੀਸ਼ਨ ਟਾਈਮ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਜਿਹੜਾ ਹੈ ਆਪਾਂ ਐਕਸਪ੍ਰੈਸ ਕਰਦੇ ਹਾਂ। ਤੇ ਤੁਸੀਂ ਜਿਹੜਾ ਹੈ ਸਾਰਾ ਕੁਝ ਪਹਿਲਾਂ ਆਪਣੀ ਕਾਪੀ ਦੇ ਉੱਪਰ ਤਾਰ ਲੈਣਾ ਹੈ। ਉਸ ਤੋਂ ਬਾਅਦ ਗ੍ਰਾਫ ਪੇਪਰ ਦੇ ਉੱਤੇ ਜਿਹੜਾ ਹੈ ਤੁਸੀਂ ਜਿਹੜਾ ਇਹਦਾ ਜਿਹੜਾ ਗ੍ਰਾਫ ਉਹ ਪਲਾਟ ਕਰੋਗੇ। ਨਾਓ ਪੋਜੀਸ਼ਨ ਟਾਈਮ ਗ੍ਰਾਫ ਕਿਸ ਤਰ੍ਹਾਂ ਦਾ ਆਏਗਾ? ਨਾਓ this is the position, now this is the time axis, here is t, now here is the x, now ਇਹ ਸਾਡੇ ਕੋਲ ਆ ਗਿਆ origin ਨੂੰ ਉਹਦਾ ਜਿਹੜਾ ਅਸੀਂ ਹੋਮ ਮੰਨ ਲਿਆ। origin ਜਿਹੜਾ ਹੈ ਉਹਦਾ ਜਿਹੜਾ ਹੋਮ ਹੈ 9 ਵਜੇ ਉਹ ਆਪਣੇ ਘਰ ਸੀਗੀ। now 9 ਪੂਰੇ 9 ਜਿਹੜਾ ਹੈ AM ਤੇ ਉਹ ਆਪਣੇ ਜਿਹੜਾ ਹੈ ਘਰ ਹੈ। now ਆਫਿਸ ਕਿੰਨਾ ਦੂਰ ਹੈ? ਮੰਨ ਲਓ ਇੱਥੇ ਅਸੀਂ ਉਹਦੀ ਵੈਲਿਊ ਆਪਣੇ ਅਕੋਰਡਿੰਗ ਲੈ ਲਈ 2.5 ਕਿਲੋਮੀਟਰ। ਮੰਨ ਲਓ ਆਹ ਡਿਸਟੈਂਸ ਸਾਡਾ ਅਸੀਂ ਮੰਨ ਲਿਆ 2.5। ਇਹ ਉਹਦਾ ਜਿਹੜਾ ਹੋ ਗਿਆ ਆਫਿਸ। ਇੱਥੇ ਤੁਸੀਂ ਨਾਲ ਮੈਂਸ਼ਨ ਕਰੋਗੇ ਇਟ ਇਜ਼ ਪੋਜੀਸ਼ਨ ਆਫ ਦਾ ਆਫਿਸ। ਨਾਓ ਇਸ ਟਾਈਮ ਨੂੰ ਅਸੀਂ ਡਿਵਾਈਡ ਕਰਾਂਗੇ ਕਿਉਂਕਿ 5 ਵਜੇ ਤੱਕ ਤੇ ਆਫਿਸ ਸੀਗੀ। ਨਾਓ ਦਿਸ ਇਜ਼ 9 10 11 12 1 2 3 4 5 ਤੇ 6 ਸਾਡੇ ਕੋਲ ਆ ਗਿਆ ਇੱਥੇ 10 11 12 1 2 3 4 5 ਤੇ 6 ਇਹ ਸਾਡੇ ਕੋਲ ਹੈਗੇ ਨੇ PM ਦੇ ਵਿੱਚ। ਜਦੋਂ 12 ਇਹ PM ਹੋ ਗਿਆ, ਇਹ ਵੀ ਜਿਹੜਾ ਹੈਗਾ ਸਾਡੇ ਕੋਲ 1 PM 2 PM ਐਂਡ 6 PM। ਨਾਓ ਕਿੰਨੇ ਵਜੇ ਉਹ ਆਫਿਸ ਪਹੁੰਚੀ ਸੀ? ਉਹ 9:30 ਵਜੇ ਆਫਿਸ ਪਹੁੰਚੀ ਸੀ। ਇਹਦਾ ਮਤਲਬ 9 ਤੇ 10 ਦਾ ਇੱਥੇ ਇੱਕ ਤੁਸੀਂ ਹਾਫ ਕਰ ਲਿਓ। ਇਹ ਜਿਹੜਾ ਸਾਡਾ ਟਾਈਮ ਆਏਗਾ 9:30 AM। ਇਸ ਟਾਈਮ ਦੇ ਉੱਤੇ ਉਹ ਜਿਹੜੀ ਹੈ ਬਿਲਕੁਲ ਆਪਣੇ ਆਫਿਸ ਪਹੁੰਚ ਗਈ। ਇਹਦਾ ਮਤਲਬ at this time position will be at 2.5 ਕਿਲੋਮੀਟਰ ਅਵੇ। ਆਫਿਸ ਪਹੁੰਚ ਚੁੱਕੀ ਹੈ। ਇਹਦਾ ਮਤਲਬ ਘਰੋਂ ਤੁਰੀ ਸੀ
ਤੇ ਇਹਨੂੰ ਜਿਹੜਾ ਹੈ ਅਸੀਂ ਇਹਦੇ ਨਾਲ ਜੁਆਇਨ ਕਰ ਦਾਂਗੇ, ਕਿਉਂਕਿ ਉਹਦੀ ਜਿਹੜੀ ਹੈ ਯੂਨੀਫਾਰਮ ਜਿਹੜੀ ਸੀਗੀ ਉਹਦੀ ਸਪੀਡ 5 ਕਿਲੋਮੀਟਰ ਪਰ ਆਵਰ ਦੇ ਸਪੀਡ ਨਾਲ ਹੀ ਉਹ ਜਾ ਰਹੀ ਹੈ। ਨਾਓ ਬਿਲਕੁਲ 9:30 ਦੇ ਉੱਤੇ ਉਹ ਜਿਹੜੀ ਹੈ ਆਪਣੇ ਆਫਿਸ ਜਿਹੜੀ ਹੈ ਉਹ ਪਹੁੰਚ ਗਈ। ਉਸ ਤੋਂ ਬਾਅਦ 5 ਵਜੇ ਤੱਕ ਆਫਿਸ ਰਹੀ। ਨਾਓ 10 ਵਜੇ ਕਿੱਥੇ ਹੈ? ਆਫਿਸ ਤੇ। ਨਾਓ 11 ਵਜੇ ਵੀ ਉਹ ਆਫਿਸ 'ਚ ਹੀ ਹੈ, 12 ਵਜੇ ਵੀ ਜਿਹੜੇ ਹੈ ਆਫਿਸ। ਤੇ ਇਹਦਾ ਮਤਲਬ ਹੈ ਕਿ ਕਿੰਨੇ ਵਜੇ ਤੱਕ ਉਹ ਆਫਿਸ ਸੀਗੀ? ਅਪ ਟੂ 5 PM 5 PM ਤੱਕ ਉਹਦੀ ਜਿਹੜੀ ਹੈ ਬਿਲਕੁਲ ਵੀ ਪੋਜੀਸ਼ਨ ਜਿਹੜੀ ਹੈ ਉਹ ਨਹੀਂ ਚੇਂਜ ਹੋ ਰਹੀ। 5 ਵਜੇ ਤੱਕ ਉਹ ਆਪਣੇ ਆਫਿਸ ਬੈਠੀ ਰਹੀ। ਤੇ ਜਦੋਂ ਆਪਣੇ ਆਫਿਸ ਤੋਂ ਘਰ ਪਹੁੰਚੀ ਸੀ ਤੇ ਉਹਨੂੰ 6 ਮਿੰਟ ਲੱਗੇ ਸੀ। ਤੇ ਇਹਦਾ ਮਤਲਬ ਆ 5 ਵਜ ਗਏ ਤੇ ਇੱਥੇ ਕਿ ਤੁਸੀਂ ਵੈਲਿਊ ਮੰਨ ਸਕਦੇ ਜੇ ਇਟ ਇਜ਼ 5.06 PM 5 ਵਜ ਕੇ 6 ਮਿੰਟ ਤੇ ਉਹ ਜਿਹੜਾ ਹੈ ਆਪਣੇ ਆਫਿਸ ਤੋਂ ਤੁਰੀ ਐਂਡ ਆਪਣੇ ਜਿਹੜਾ ਹੈ ਉਹ ਘਰ ਪਹੁੰਚ ਗਈ। ਨਾਓ ਦਿਸ ਇਜ਼ ਦਾ ਪੋਜੀਸ਼ਨ ਟਾਈਮ ਗ੍ਰਾਫ ਫॉर ਹਰ ਮੋਸ਼ਨ। ਇਹ ਉਹਦਾ ਜਿਹੜਾ ਮੇਨ ਗ੍ਰਾਫ ਹੈ, ਇਹਨੂੰ ਵੀ ਪਹਿਲਾਂ ਸੋਲਿਡ ਲਾਈਨ ਨਾਲ ਸ਼ੋ ਕਰ ਦਿੰਦੇ ਆ। ਇੱਕ ਆ ਹੋ ਗਿਆ, ਪਹਿਲਾਂ ਆਫਿਸ ਪਹੁੰਚੀ, ਇਹ ਸਾਰੀ ਆਫਿਸ 'ਚ ਰਹੀ। ਉਸ ਤੋਂ ਬਾਅਦ ਜਿਹੜਾ ਹੈ 5 ਵਜ ਕੇ ਤੇ 6 ਮਿੰਟ ਤੇ ਉਹ ਆਪਣੇ ਜਿਹੜਾ ਹੈ ਉਹ ਘਰ ਪਹੁੰਚ ਗਈ। ਨਾਓ ਦਿਸ ਇਜ਼ ਦਾ ਪੋਜੀਸ਼ਨ ਟਾਈਮ ਗ੍ਰਾਫ ਫॉर ਹਰ ਮੋਸ਼ਨ। ਨਾਓ ਇਸ ਤੋਂ ਬਾਅਦ ਅਸੀਂ ਸੈਕੰਡ ਪ੍ਰੋਬਲਮ ਨੂੰ ਡਿਸਕਸ ਕਰਦੇ ਹਾਂ। ਨਾਓ ਇਨ ਦਾ ਸੈਕੰਡ ਪ੍ਰੋਬਲਮ ਫਸਟ ਆਫ ਆਲ ਅਸੀਂ ਦੇਖਦੇ ਹਾਂ ਕਿ ਇਹ ਪ੍ਰੋਬਲਮ ਕੀ ਹੈ। ਇਹ ਇੱਕ ਪੋਜੀਸ਼ਨ ਟਾਈਮ ਗ੍ਰਾਫ ਹੈ ਦੋ ਚਿਲਡਰਨ ਦਾ। A ਤੇ B ਜਿਹੜੇ ਨੇ ਦੋ ਚਿਲਡਰਨ ਨੇ ਜਿਹੜੇ ਆਪਣੇ ਸਕੂਲੋਂ ਆਪਣੇ ਘਰ ਜਿਹੜੇ ਨੇ ਉਹ ਵਾਪਸ ਜਾ ਰਹੇ ਨੇ। O ਜਿਹੜਾ ਹੈ ਪੋਜੀਸ਼ਨ ਆਫ ਦਾ ਸਕੂਲ, P ਜਿਹੜਾ ਹੈ ਹੋਮ ਹੈ A ਦਾ। A ਦਾ ਜਿਹੜਾ ਘਰ ਹੈ P ਹੈ ਤੇ B ਦਾ ਜਿਹੜਾ ਘਰ ਅਸੀਂ ਸ਼ੋ ਕੀਤਾ ਹੈ ਉਹ ਹੈਗਾ Q। ਦੋ ਬੱਚੇ ਜਿਹੜੇ ਨੇ ਸਕੂਲੋਂ ਪੜ੍ਹ ਕੇ ਆਪਣੇ ਘਰ ਨੂੰ ਵਾਪਸ ਜਾ ਰਹੇ ਨੇ ਤੇ ਉਹਦਾ ਪੋਜੀਸ਼ਨ ਟਾਈਮ ਗ੍ਰਾਫ ਇਹ ਸਾਨੂੰ ਦਿੱਤਾ ਹੈ। ਤੇ ਇਹ ਕੁਐਸਚਨਾਂ ਦੇ ਅਸੀਂ ਜਿਹੜੇ ਨੇ ਆਨਸਰ ਦੇਣੇ ਨੇ ਇਸ ਗ੍ਰਾਫ ਨੂੰ ਅਸੀਂ ਸਟੱਡੀ ਕਰਕੇ। ਨਾਓ ਫਸਟ ਕੁਐਸਚਨ ਇਜ਼ A ਤੇ B ਵਿੱਚੋਂ ਇਹ ਜਿਹੜੀ ਵਿੱਚ ਲਾਈਨ ਪਾਈ ਹੈ ਇਹਦਾ ਮਤਲਬ A ਔਰ B, A ਤੇ B ਵਿੱਚੋਂ ਕਿਹੜਾ ਸਕੂਲ ਦੇ ਲਾਗੇ ਰਹਿੰਦਾ ਹੈ? ਕੁਐਸਚਨ ਹੈ A ਤੇ B ਵਿੱਚੋਂ ਕਿਹੜਾ ਬੱਚਾ ਸਕੂਲ ਦੇ ਲਾਗੇ ਰਹਿੰਦਾ ਹੈ। ਪਹਿਲੀ ਗੱਲ ਤੇ ਦੇਖਣਾ ਹੈ ਕਿ ਉਹਦਾ ਘਰ ਕਿਹੜਾ ਹੈ। ਆ ਸਾਡਾ ਘਰ ਜਿਹੜਾ ਹੈ A ਦਾ ਤੇ B ਦਾ ਘਰ ਜਿਹੜਾ ਹੈ Q ਹੈ। A ਦਾ ਹੋਮ P, B ਦਾ ਹੋਮ ਜਿਹੜਾ ਹੈ Q, ਕਿਉਂਕਿ B ਵਾਲੀ ਜਿਹੜੀ ਪੋਜੀਸ਼ਨ Q ਤੇ ਖਤਮ ਹੁੰਦੀ ਹੈ, A ਵਾਲਾ ਜਿਹੜਾ ਗ੍ਰਾਫ ਹੈ ਉਹਦੀ ਪੋਜੀਸ਼ਨ ਜਿਹੜੀ ਹੈ ਉਹ P ਤੇ ਖਤਮ ਹੁੰਦੀ ਹੈ। ਨਾਓ ਕਿਹੜਾ ਜਿਹੜਾ ਹੈ ਬੱਚਾ ਉਹਦਾ ਘਰ ਸਕੂਲ ਦੇ ਨੇੜੇ ਹੈ। ਨਾਓ ਇਸ ਗ੍ਰਾਫ ਨੂੰ ਜਿਹੜਾ ਧਿਆਨ ਨਾਲ ਦੇਖੀਏ ਤੇ ਸਾਨੂੰ ਕੀ ਪਤਾ ਲੱਗਦਾ ਹੈ? OP ਜਿਹੜਾ O ਤੋਂ ਲੈ ਕੇ P ਤੱਕ ਡਿਸਟੈਂਸ ਹੈ ਇਟ ਇਜ਼ ਲੈਸ ਦੈਨ OQ। P ਜਿਹੜਾ ਹੋਮ ਹੈ ਉਹਦਾ ਡਿਸਟੈਂਸ ਸਕੂਲੋਂ ਇਹ ਘੱਟ ਹੈ ਤੇ ਆਹ ਵਾਲਾ ਡਿਸਟੈਂਸ ਸਾਡਾ ਜਿਹੜਾ ਜ਼ਿਆਦਾ ਹੈ। ਨਾਓ OP ਇਜ਼ ਲੈਸ ਦੈਨ OQ। ਇਹਦਾ ਮਤਲਬ OP, P ਕਿਹਦਾ ਘਰ ਸੀਗਾ? A ਦਾ। ਇਹਦਾ ਮਤਲਬ ਜਿਹੜਾ A ਹੈ ਇਟ ਲਿਵ ਕਲੋਜ਼ਰ ਟੂ ਸਕੂਲ ਦੈਨ B। ਇਹ ਜਿਹੜਾ ਹੈ B ਨਾਲੋਂ ਲਾਗੇ ਰਹਿੰਦਾ ਹੈ ਕੌਣ? A, ਕਿਉਂਕਿ A ਦਾ ਡਿਸਟੈਂਸ ਸਕੂਲ ਤੋਂ ਘੱਟ ਹੈ ਤੇ ਇਹਦੇ ਘਰੋਂ ਡਿਸਟੈਂਸ ਦੇਖੋ ਤੁਹਾਨੂੰ ਜਿਹੜਾ ਆ ਰਿਹਾ ਉਹ ਜ਼ਿਆਦਾ ਨਜ਼ਰ ਆ ਰਿਹਾ। ਨਾਓ ਸੈਕੰਡ ਕੁਐਸਚਨ ਕੀ ਹੈ? ਇਹ ਸਾਡਾ ਪਹਿਲੇ ਦਾ ਆਨਸਰ ਸੀਗਾ। ਸੈਕੰਡ A ਤੇ B ਵਿੱਚੋਂ ਸਟਾਰਟ ਫਰੋਮ ਦਾ ਸਕੂਲ ਅਰਲੀਅਰ ਕਿਹੜਾ ਜਿਹੜਾ ਹੈ ਪਹਿਲਾਂ ਘਰ ਨੂੰ ਤੁਰ ਪਿਆ? ਕਿਹੜਾ ਬੱਚਾ ਹੈ ਆਪਣੇ ਘਰ ਨੂੰ ਪਹਿਲਾਂ ਤੁਰਿਆ? ਆ ਦੇਖੋ ਜਿਹੜਾ A ਵਾਲਾ ਗ੍ਰਾਫ ਹੈ ਉਹ origin ਤੋਂ ਸ਼ੁਰੂ ਹੋ ਗਿਆ, ਥੋੜਾ ਜਿਹਾ ਹੀ ਟਾਈਮ ਬੀਤਿਆ ਇਹਦੀ ਪੋਜੀਸ਼ਨ ਆਣੀ ਸ਼ੁਰੂ ਹੋ ਗਈ। ਪਰ ਜਿਹੜਾ B ਵਾਲਾ ਗ੍ਰਾਫ ਹੈ ਇਸ ਟਾਈਮ ਤੇ ਜਿਹੜਾ ਜਾ ਕੇ ਤੁਰੇਗਾ। ਮੰਨ ਲਓ ਵੀ ਆਹ ਟਾਈਮ ਜਿਹੜਾ ਹੈ ਇਟ ਇਜ਼ ਸਪੋਜ਼ ਅਸੀਂ ਕਹਿ ਦਿੰਦੇ ਮੰਨ ਲਓ ਵੀ ਆ 2 ਮਿੰਟ ਕਹਿ ਦਿੰਦੇ ਇੱਥੇ। ਨਾਓ ਹੇਅਰ ਇਜ਼ 1 ਮਿੰਟ
ਮੰਨ ਲਓ ਅਸੀਂ ਆਪਣੇ ਅਕੋਰਡਿੰਗ ਸਿੰਪਲਿਸਿਟੀ ਅਸੀਂ ਇਹਨੂੰ 2 ਲਿਖਤਾ, ਇਹਨੂੰ 1, ਕਿਉਂਕਿ ਇਹਦਾ ਟਾਈਮ ਵੱਧਦਾ ਪਿਆ। ਇਹਦਾ ਮਤਲਬ B ਵਾਲਾ ਜਿਹੜਾ ਬੱਚਾ ਹੈ ਉਹ 2 ਮਿੰਟ ਬਾਅਦ ਤੁਰਿਆ, ਤੇ ਜਿਹੜਾ A origin ਤੋਂ 0 ਟਾਈਮ ਤੋਂ ਬਾਅਦ ਹੀ ਉਹ ਤੁਰਨਾ ਸ਼ੁਰੂ ਹੋ ਗਿਆ। ਇਹਦਾ ਮਤਲਬ ਕਿਹੜਾ ਜਿਹੜਾ ਸਟੂਡੈਂਟ ਹੈ ਜਿਹੜਾ ਉਹ ਪਹਿਲਾਂ ਤੁਰਨਾ ਸ਼ੁਰੂ ਹੋ ਗਿਆ? A। ਇਹਦਾ ਆਨਸਰ ਕੀ ਆਏਗਾ? A start earlier than B। B ਨਾਲੋਂ ਜਿਹੜਾ ਹੈ A ਪਹਿਲਾਂ ਤੁਰਨਾ ਸ਼ੁਰੂ ਹੋ ਗਿਆ। B ਦੇਖੋ ਇੰਨੇ ਟਾਈਮ ਬਾਅਦ ਉਹਦੀ ਜਿਹੜੀ ਹੈ ਪੋਜੀਸ਼ਨ ਜਿਹੜੀ ਉਹਦੀ ਚਾਲੂ ਹੋਈ ਹੈ। ਨਾਓ ਦਾ ਥਰਡ ਵਨ ਇਜ਼ A ਤੇ B ਵਿੱਚੋਂ ਕਿਹੜਾ ਫਾਸਟ ਤੁਰਦਾ ਪਿਆ? ਨਾਓ ਕਿਹਦੀ ਸਪੀਡ ਜ਼ਿਆਦਾ ਹੈ? ਸਾਨੂੰ ਜਿਹੜਾ ਪਤਾ ਹੈ, ਪਿੱਛੇ ਅਸੀਂ ਡਿਸਕਸ ਕੀਤਾ ਹੈ ਕਿ ਪੋਜੀਸ਼ਨ ਟਾਈਮ ਗ੍ਰਾਫ ਦਾ ਜਿਹੜਾ ਸਲੋਪ ਹੈ ਉਹ ਸਾਨੂੰ ਸਪੀਡ ਬਾਰੇ, ਵੈਲੋਸਿਟੀ ਬਾਰੇ ਦੱਸਦਾ ਹੈ। ਪੋਜੀਸ਼ਨ ਟਾਈਮ ਗ੍ਰਾਫ ਦਾ ਸਲੋਪ, ਉਥੋਂ ਅਸੀਂ ਵੈਲੋਸਿਟੀ, ਸਪੀਡ ਬਾਰੇ ਪਤਾ ਕਰ ਸਕਦੇ ਹਾਂ। ਜਿਹਦਾ ਸਲੋਪ ਜ਼ਿਆਦਾ ਹੋਏਗਾ ਉਹ ਜਿਹੜਾ ਫਾਸਟ ਤੁਰੇਗਾ। ਨਾਓ ਸਲੋਪ ਡਿਪੈਂਡ ਕਰਦਾ ਐਂਗਲ ਤੇ। ਆ ਐਂਗਲ ਸਪੋਜ਼ 30 ਲੱਗਦਾ ਹੈ ਤੇ ਆ ਐਂਗਲ ਦੇਖੋ ਜ਼ਿਆਦਾ ਹੈ। B ਦਾ ਸਲੋਪ ਜਿਹੜਾ ਹੈ ਉਹ ਜ਼ਿਆਦਾ ਹੈ ਤੇ A ਦੇ ਨਾਲੋਂ, ਕਿਉਂਕਿ ਐਂਗਲ ਜ਼ਿਆਦਾ ਹੈ। ਇਹਦਾ ਮਤਲਬ B ਦੀ ਸਪੀਡ ਜਿਹੜੀ ਹੈ ਉਹ A ਨਾਲੋਂ ਤੁਹਾਡੀ ਕੀ ਹੋ ਗਈ? ਜ਼ਿਆਦਾ। ਨਾਓ ਕੌਣ ਫਾਸਟ ਹੈ? B moves, ਕੀ ਲਿਖਾਂਗੇ ਇੱਥੇ? faster than A। ਕਿਉਂ? because its slope is more। ਇਹਦਾ ਸਲੋਪ ਜ਼ਿਆਦਾ ਹੈ ਤੇ ਸਲੋਪ ਸਾਨੂੰ ਜਿਹੜਾ ਹੈ ਸਪੀਡ, ਵੈਲੋਸਿਟੀ ਬਾਰੇ ਦੱਸਦਾ ਹੈ। ਇਹ ਪੁਆਇੰਟ ਕਲੀਅਰ ਤਾਂ ਹੋਣਾ ਹੈ ਜੇਕਰ ਅਸੀਂ ਇਸ ਤੋਂ ਪਿਛਲਾ ਲੈਕਚਰ ਜਿਹੜਾ ਹੈ ਉਹ ਆਪਾਂ ਚੰਗੀ ਤਰੀਕੇ ਨਾਲ ਸੁਣਾਂਗੇ। ਨਾਓ A ਤੇ B ਰੀਚ ਹੋਮ ਐਟ ਦਾ ਸੇਮ ਔਰ ਡਿਫਰੈਂਟ ਟਾਈਮ। ਦੋਨੋਂ ਅਸੀਂ ਚੈੱਕ ਕਰਨਾ ਹੈ ਕਿ ਸੇਮ ਟਾਈਮ ਤੇ ਘਰ ਪਹੁੰਚੇ ਆ ਕਿ ਡਿਫਰੈਂਟ ਟਾਈਮ ਤੇ ਘਰ ਪਹੁੰਚੇ। ਆ ਦੇਖੋ ਜਦੋਂ A ਤੁਰਿਆ ਇਹਦੀ ਪੋਜੀਸ਼ਨ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਆ ਆਪਣੇ ਜਿਹੜਾ ਹੈ ਘਰ ਪਹੁੰਚ ਗਿਆ ਤੇ ਆ ਥੱਲੇ ਉਹਦਾ ਜਿਹੜਾ ਹੈ ਟਾਈਮ ਹੈ। ਜਦੋਂ B ਤੁਰਿਆ ਤੇ ਉਹ ਵੀ ਆਪਣੇ ਘਰ ਪਹੁੰਚਿਆ ਤੇ ਦੇਖੋ ਧਿਆਨ ਨਾਲ ਟਾਈਮ ਜਿਹੜਾ ਹੈ ਥੱਲੇ ਸੇਮ ਹੈ। ਇਹਦਾ ਮਤਲਬ ਦੋਨੋਂ ਸੇਮ ਟਾਈਮ ਤੇ ਘਰ ਪਹੁੰਚੇ। ਪਰ ਇਹ ਕਿਸ ਤਰ੍ਹਾਂ ਪੋਸੀਬਲ ਹੈ? ਇਹ ਲੇਟ ਤੁਰਿਆ, ਉਹ ਪਹਿਲਾਂ ਤੁਰਿਆ ਸੀ, ਆ ਲੇਟ ਤੁਰਿਆ। ਪਰ ਇਸ ਪਾਰਟ ਵਿੱਚ ਅਸੀਂ ਕੀ ਪੜਿਆ ਕਿ B ਦਾ ਸਲੋਪ ਜ਼ਿਆਦਾ ਕੀ ਸ਼ੋ ਕਰਦਾ ਹੈ ਕਿ ਉਹਦੀ ਸਪੀਡ ਜ਼ਿਆਦਾ ਸੀ। ਸਪੀਡ ਜ਼ਿਆਦਾ ਹੋਣ ਕਰਕੇ ਦੋਨੋਂ ਹੀ ਜਿਹੜੇ ਚਿਲਡਰਨ ਨੇ ਦੇ ਰੀਚ ਐਟ ਦਾ ਸੇਮ ਟਾਈਮ ਐਸ ਗਿਵਨ ਇਨ ਦਾ ਗ੍ਰਾਫ। ਨਾਓ ਲਾਸਟ A ਤੇ B ਵਿੱਚੋਂ ਓਵਰਟੇਕ ਕਿੰਨੇ ਕੀਤਾ? ਕਿਹੜਾ ਅੱਗੇ ਲੰਘ ਗਿਆ? ਨਾਓ A ਤੇ ਤੁਰਿਆ ਨੂੰ ਕਾਫੀ ਚਿਰ ਹੋ ਗਿਆ ਸੀ, B ਬਾਅਦ ਚੋਂ ਤੁਰਿਆ। ਸਪੀਡ ਕਿਹਦੀ ਜ਼ਿਆਦਾ ਸੀ? B ਦੀ। ਇਹਦਾ ਮਤਲਬ ਜਿਹੜਾ B ਹੈ ਲੇਟ ਤੁਰ ਕੇ ਵੀ ਉਹ ਜਿਹੜਾ A ਨੂੰ ਓਵਰਟੇਕ ਕਰ ਗਿਆ। ਆਹ ਵਾਲੀ ਜਿਹੜੀ ਪੋਜੀਸ਼ਨ ਹੈ, ਦਿਸ ਇਜ਼ ਦਾ ਪੋਜੀਸ਼ਨ ਆਫ ਓਵਰਟੇਕ। ਇੱਥੇ ਜਾ ਕੇ ਦੋਨੋਂ ਆਪਸ ਵਿੱਚ ਮੀਟ ਕੀਤੇ ਆ। ਜਿੱਥੇ ਦੋ ਗ੍ਰਾਫ ਕੱਟ ਕਰਨ ਇਹਦਾ ਮਤਲਬ ਹੈ ਕਿ ਦੋਨਾਂ ਦੀ ਪੋਜੀਸ਼ਨ ਸੇਮ ਹੋ ਗਈ, ਦੋਨੋਂ ਬੱਚੇ ਰਸਤੇ ਵਿੱਚ ਆਪਸ ਵਿੱਚ ਮਿਲੇ। ਇਸ ਤੋਂ ਬਾਅਦ ਜਿਹੜਾ B ਇਹਨੂੰ ਓਵਰਟੇਕ ਕਰ ਗਿਆ। ਇਹਦਾ ਮਤਲਬ ਕੌਣ ਓਵਰਟੇਕ ਕਰੇਗਾ? ਇਹਦਾ ਆਨਸਰ ਕੀ ਆਏਗਾ? ਦਾ B ਓਵਰਟੇਕਸ A। B ਨੇ A ਨੂੰ ਓਵਰਟੇਕ ਕੀਤਾ। ਕਿਉਂ ਕੀਤਾ? ਕਿਉਂਕਿ B ਜਿਹੜਾ ਹੈ ਉਹ ਥੋੜੇ ਟਾਈਮ ਬਾਅਦ ਤੁਰਿਆ ਸੀ ਤੇ ਉਹਦੀ ਸਪੀਡ ਜਿਹੜਾ ਸੀਗੀ ਉਹ ਜ਼ਿਆਦਾ ਸੀਗੀ। I think ਕਿ ਤੁਹਾਨੂੰ ਇਹ ਦੂਸਰੀ ਪ੍ਰੋਬਲਮ ਵੀ ਕਲੀਅਰ ਹੋ ਗਈ। Now come to the third one. Now in the third problems there are 4 graphs representing the position time, velocity time, speed time ਤੇ position time graph। ਸਾਡੇ ਕੋਲ 4 ਗ੍ਰਾਫ ਜਿਹੜੇ ਨੇ ਗਿਵਨ ਨੇ। ਇਹਨਾਂ ਗ੍ਰਾਫਸ ਨੂੰ ਬੜੇ ਧਿਆਨ ਨਾਲ ਦੇਖ ਕੇ ਅਸੀਂ ਦੱਸਣਾ ਹੈ ਕਿ ਕਿਹੜਾ ਗ੍ਰਾਫ ਜਿਹੜਾ ਹੈ ਵਨ ਡਾਈਮੈਂਸ਼ਨ ਮੋਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਵਨ ਡਾਈਮੈਂਸ਼ਨ ਮੋਸ਼ਨ ਨੂੰ ਕਿਹੜਾ ਗ੍ਰਾਫ ਜਿਹੜਾ ਰਿਪਰੈਜ਼ੈਂਟ ਨਹੀਂ ਕਰ ਰਿਹਾ ਉਹਦੇ ਬਾਰੇ ਜਿਹੜਾ ਅਸੀਂ ਡਿਸਕਸ ਕਰਨਾ ਹੈ। ਨਾਓ ਕਮ ਟੂ ਦਾ ਫਰਸਟ ਵਨ। ਇਟ ਇਜ਼ ਦਾ ਪੋਜੀਸ਼ਨ ਟਾਈਮ ਗ੍ਰਾਫ। ਪੋਜੀਸ਼ਨ ਟਾਈਮ ਗ੍ਰਾਫ ਤੁਹਾਨੂੰ ਇਸ ਤਰ੍ਹਾਂ ਦਾ ਅਸੀਂ ਦੇ ਦਿੱਤਾ। ਹੁਣ ਅਸੀਂ ਚੈੱਕ ਕਰਨਾ ਹੈ ਵੈਦਰ ਦਿਸ ਇਜ਼ ਪੋਸੀਬਲ ਔਰ ਨੋਟ। ਅਸੀਂ ਇਹਨੂੰ ਚੈੱਕ ਕਰਨਾ ਹੈ। ਅਸੀਂ ਕੀ ਕਰਦੇ ਹਾਂ?
ਪੋਜੀਸ਼ਨ ਐਕਸਿਸ ਦੇ ਬਿਲਕੁਲ ਇੱਕ ਪੈਰਲਲ ਜਿਹੜੀ ਹੈ ਲਾਈਨ ਖਿੱਚਦੇ ਹਾਂ। ਇੱਕ ਅਸੀਂ ਲਾਈਨ ਖਿੱਚ ਦਿੱਤੀ ਬਿਲਕੁਲ ਪੋਜੀਸ਼ਨ ਐਕਸਿਸ ਦੇ ਪੈਰਲਲ। ਜਦੋਂ ਅਸੀਂ ਲਾਈਨ ਖਿੱਚੀ ਪੋਜੀਸ਼ਨ ਐਕਸਿਸ ਦੇ ਪੈਰਲਲ, ਤੁਸੀਂ ਦੇਖਿਆ ਗ੍ਰਾਫ ਨੂੰ ਦੋ ਜਗ੍ਹਾ ਤੇ ਇਹਨੇ ਕੱਟ ਕੀਤਾ ਹੈ। ਇਹ ਜਿਹੜਾ ਸਾਡਾ ਗ੍ਰਾਫ ਹੈ ਇਹਨੂੰ ਇਸ ਲਾਈਨ ਨੇ ਦੋ ਜਗ੍ਹਾ ਤੇ ਕੱਟ ਕੀਤਾ। ਇਹਦਾ ਕੀ ਮਤਲਬ ਕਿ ਸਾਡੇ ਕੋਲ ਇੱਕੋ ਟਾਈਮ ਹੈ, ਦੇਖੋ ਥੱਲੇ ਟਾਈਮ ਸੇਮ, ਇੱਕੋ ਟਾਈਮ ਤੇ ਉਹਦੀ ਆ ਵਾਲੀ ਪੋਜੀਸ਼ਨ ਵੀ ਆ ਰਹੀ ਹੈ, ਉਸੇ ਟਾਈਮ ਤੇ ਗ੍ਰਾਫ ਇੱਥੇ ਕੱਟ ਕਰ ਰਿਹਾ ਉਹਦੀ ਆ ਵਾਲੀ ਪੋਜੀਸ਼ਨ ਵੀ ਹੈ। ਮੰਨ ਲਓ ਇੱਕ ਪੋਜੀਸ਼ਨ x1, ਇੱਕ ਪੋਜੀਸ਼ਨ ਅਸੀਂ ਕਹਿ ਦਿੰਦੇ x2। ਸੇਮ ਟਾਈਮ ਤੇ ਬੋਡੀ ਦੀਆਂ ਦੋ ਪੋਜੀਸ਼ਨਸ, ਕਦੀ ਇਹ ਪੋਸੀਬਲ ਹੀ ਨਹੀਂ ਹੈਗਾ ਵਨ ਡਾਈਮੈਂਸ਼ਨ ਦੇ ਵਿੱਚ। ਜਦੋਂ ਅਸੀਂ ਸਿੱਧਾ ਇੱਕੋ ਸਟ੍ਰੇਟ ਰੋਡ ਤੇ ਜਾ ਰਹੇ ਹੋਈਏ ਇੱਕੋ ਟਾਈਮ ਤੇ ਸਾਡੀ ਇੱਕ ਪੋਜੀਸ਼ਨ ਆਏਗੀ, ਅਗਲੀ ਪੋਜੀਸ਼ਨ ਵਾਸਤੇ ਸਾਡਾ ਟਾਈਮ ਡਿਫਰੈਂਟ ਹੋਏਗਾ। ਪਰ ਇੱਥੇ ਕੀ ਆ ਰਿਹਾ, ਸੇਮ ਟਾਈਮ ਦੇ ਉੱਤੇ ਸਾਡੀਆਂ ਦੋ ਡਿਫਰੈਂਟ ਪੋਜੀਸ਼ਨ ਆਉਣ ਕਰਕੇ ਇਹ ਜਿਹੜਾ ਗ੍ਰਾਫ ਹੈ ਇਹ ਪੋਸੀਬਲ ਨਹੀਂ ਹੈ, ਬਿਕੋਜ਼ ਇਟ ਰਿਪਰੈਜ਼ੈਂਟਸ two position of the object at the same time, which is impossible in one dimension motion. Now come to the second one. ਇਹਦੇ ਵਿੱਚ ਵੈਲੋਸਿਟੀ ਤੇ ਟਾਈਮ ਗ੍ਰਾਫ ਹੈ ਤੇ ਇਹਦੇ ਵਿੱਚ ਵੀ ਸੇਮ ਪ੍ਰੋਬਲਮ ਹੈ। ਤੇ ਜੇ ਅਸੀਂ ਇੱਥੇ ਇੱਕ ਲਾਈਨ ਡਰਾ ਕਰਦੇ ਹਾਂ ਤੇ ਇੱਥੇ ਦੇਖੋ ਇੱਕੋ ਟਾਈਮ ਦੇ ਉੱਤੇ ਆ ਟਾਈਮ ਹੈ, ਇੱਕੋ ਟਾਈਮ ਤੇ ਵੈਲੋਸਿਟੀ ਜਿਹੜੀ ਹੈ ਉੱਪਰ ਵਾਲੀ ਪੋਜ਼ਿਟਿਵ, ਉਸੇ ਟਾਈਮ ਦੇ ਉੱਤੇ ਵੈਲੋਸਿਟੀ ਜਿਹੜੀ ਹੈ ਉਹਦੀ ਨੈਗੇਟਿਵ ਆ ਰਹੀ ਹੈ। ਸੇਮ ਟਾਈਮ ਤੇ ਇਹ ਦੋ ਚੀਜ਼ਾਂ ਪੋਸੀਬਲ ਨਹੀਂ ਹੈ। ਇੱਕੋ ਟਾਈਮ ਤੇ ਇੱਕ ਹੀ ਉਹਦੀ ਜਿਹੜੀ ਹੈ ਵੈਲਿਊ ਹੋਏਗੀ ਵੈਲੋਸਿਟੀ ਦੀ। ਇਹਦਾ ਮਤਲਬ this graph is also not possible in one dimension motion. Now this is a speed time graph. ਸਪੀਡ ਤੇ ਟਾਈਮ ਗ੍ਰਾਫ, ਸਾਨੂੰ ਪਤਾ ਹੈ ਕਿ ਜਿਹੜੀ ਸਪੀਡ ਹੈ it can never be negative. ਸਪੀਡ ਤੇ ਕਦੀ ਨੈਗੇਟਿਵ ਹੋ ਨਹੀਂ ਸਕਦੀ, ਕਿਉਂਕਿ ਸਪੀਡ ਦਾ ਫਾਰਮੂਲਾ ਡਿਸਟੈਂਸ ਓਵਰ ਟਾਈਮ, ਤੇ ਡਿਸਟੈਂਸ ਨੈਗੇਟਿਵ ਨਹੀਂ ਹੈ ਤੇ ਸਪੀਡ ਨੈਗੇਟਿਵ ਨਹੀਂ ਹੋ ਸਕਦੀ। ਵੈਲੋਸਿਟੀ ਜ਼ਰੂਰ ਨੈਗੇਟਿਵ ਹੁੰਦੀ ਹੈ ਬਟ ਸਪੀਡ ਕੈਨ ਨਾਟ ਬੀ ਨੈਗੇਟਿਵ। ਬਟ ਉੱਪਰ ਵਾਲੀ ਸਪੀਡ ਪੋਜ਼ਿਟਿਵ ਹੈ, ਨੀਚੇ ਵਾਲਾ ਨੈਗੇਟਿਵ, ਤੇ ਗ੍ਰਾਫ ਦੇਖੋ ਨੀਚੇ ਵੀ ਜਾ ਰਿਹਾ। ਇਹਦਾ ਮਤਲਬ this graph also show the negative speed. ਇੱਥੇ ਵੀ ਸਪੀਡ ਸਾਡੀ ਜਿਹੜੀ ਹੈ ਨੈਗੇਟਿਵ ਹੋ ਰਹੀ ਹੈ, which is not possible because speed can never be negative. ਇਹਦਾ ਮਤਲਬ ਆ ਵੀ ਗ੍ਰਾਫ ਪੋਸੀਬਲ ਨਹੀਂ ਹੈ, ਆ ਵੀ ਗ੍ਰਾਫ ਨਹੀਂ ਪੋਸੀਬਲ, ਤੇ ਆ ਵੀ ਜਿਹੜਾ ਗ੍ਰਾਫ ਹੈ ਪੋਸੀਬਲ ਨਹੀਂ ਹੈ। ਨਾਓ ਲਾਸਟ ਵਨ ਇਜ਼ ਦਾ ਪੋਜੀਸ਼ਨ ਟਾਈਮ ਗ੍ਰਾਫ। ਇਸ ਗ੍ਰਾਫ ਦੇ ਵਿੱਚ ਦੇਖੋ ਸਾਡੇ ਕੋਲ ਟੋਟਲ ਪਾਥ ਲੈਂਥ ਦਿੱਤੀ ਹੋਈ ਹੈ। ਨਾਓ ਦਿਸ ਇਜ਼ ਦਾ ਟੋਟਲ ਪਾਥ ਲੈਂਥ, ਤੇ ਟੋਟਲ ਪਾਥ ਲੈਂਥ ਕਦੀ ਵੀ ਨਹੀਂ ਘਟਦੀ। ਜਦੋਂ ਵੀ ਅਸੀਂ ਆਪਾਂ ਤੁਰਦੇ ਹਾਂ, ਜਿੱਧਰ ਮਰਜ਼ੀ ਡਾਇਰੈਕਸ਼ਨ 'ਚ ਤੁਰ ਜਾਓ, ਵਾਪਸ ਆ ਜਾਓ, ਅੱਗੇ ਚੱਲ ਜਾਓ, ਕਦੀ ਵੀ ਟੋਟਲ ਪਾਥ ਲੈਂਥ ਘਟੇਗੀ ਨਹੀਂ। ਇਹ 'ਚ ਕੀ ਹੋ ਰਿਹਾ, ਪਹਿਲਾਂ ਪਾਥ ਲੈਂਥ ਵੱਧਦੀ ਪਈ ਹੈ, ਬਾਅਦ ਚੋਂ ਘਟਦੀ ਸਾਡੇ ਕੋਲ 0 ਹੋ ਗਈ। ਇਹ ਸਾਡਾ ਜਿਹੜਾ ਹੈ ਪੋਸੀਬਲ ਨਹੀਂ ਹੈ। ਟੋਟਲ ਪਾਥ ਲੈਂਥ ਹਮੇਸ਼ਾ ਹੀ ਵੱਧਦੀ ਜਾਣੀ ਹੈ, ਕਦੀ ਵੀ ਉਹ ਘਟੇਗੀ ਨਹੀਂ। ਇਹਦਾ ਮਤਲਬ ਇਹਨਾਂ ਚਾਰਾਂ ਵਿੱਚੋਂ ਕੋਈ ਵੀ ਗ੍ਰਾਫ ਐਸਾ ਨਹੀਂ ਹੈ ਜਿਹੜਾ ਵਨ ਡਾਈਮੈਂਸ਼ਨ ਮੋਸ਼ਨ ਨੂੰ ਅੱਛੇ ਤਰੀਕੇ ਦੇ ਨਾਲ ਹੈ ਰਿਪਰੈਜ਼ੈਂਟ ਕਰਦਾ ਹੋਵੇ। ਨਾਓ ਕਮ ਟੂ ਨੈਕਸਟ ਪ੍ਰੋਬਲਮ। ਨਾਓ ਇਨ ਪ੍ਰੋਬਲਮ ਨੰਬਰ 4, suggest a suitable physical situation for each of the following graph. ਇਹ ਸਾਨੂੰ ਜਿਹੜੇ ਨੇ ਦੋ ਗ੍ਰਾਫ ਦਿੱਤੇ ਨੇ ਤੇ ਅਸੀਂ ਦੱਸਣਾ ਹੈ ਕਿ ਡੇਲੀ ਲਾਈਫ ਦੇ ਵਿੱਚ ਕਿਹੜੀ ਸਿਚੁਏਸ਼ਨ ਦੇ ਵਿੱਚ ਇਹ ਦੋ ਗ੍ਰਾਫ ਜਿਹੜੇ ਉਹ ਬਣ ਸਕਦੇ ਨੇ। ਇੱਕ ਸਾਡੇ ਕੋਲ ਹੈਗਾ ਪੋਜੀਸ਼ਨ ਟਾਈਮ ਗ੍ਰਾਫ ਤੇ ਦੂਸਰਾ ਹੈਗਾ ਸਾਡੇ ਕੋਲ ਸਪੀਡ ਜਾਂ ਵੈਲੋਸਿਟੀ ਟਾਈਮ ਗ੍ਰਾਫ ਹੈ। ਇਟ ਇਜ਼ ਵੈਲੋਸਿਟੀ ਟਾਈਮ ਗ੍ਰਾਫ, ਇਟ ਇਜ਼ ਅ ਪੋਜੀਸ਼ਨ ਟਾਈਮ ਗ੍ਰਾਫ। ਡੇਲੀ ਲਾਈਫ ਦੇ ਵਿੱਚ ਕਿਸ ਸਿਚੁਏਸ਼ਨ ਦੇ ਵਿੱਚ ਇਹ ਜਿਹੜੇ ਦੋ ਗ੍ਰਾਫ ਜਿਹੜੇ ਨੇ ਉਹ ਪੋਸੀਬਲ ਨੇ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਨਾਓ ਪਹਿਲਾ ਗ੍ਰਾਫ ਦੇਖੋ। ਪਹਿਲੇ ਗ੍ਰਾਫ ਦੇ ਵਿੱਚ ਕੀ ਹੈ, ਜਿਸ ਤਰ੍ਹਾਂ ਆ P ਤੋਂ Q ਤੱਕ ਦੀ ਗੱਲ ਕਰੀਏ, P ਤੋਂ Q ਤੱਕ ਜਿਹੜਾ ਹੈ ਟਾਈਮ ਬੀਤੀ ਜਾ ਰਿਹਾ, ਪਰ ਬਾਡੀ ਦੀ ਪੋਜੀਸ਼ਨ 'ਚ ਕੋਈ ਫਰਕ ਨਹੀਂ ਪੈ ਰਿਹਾ, ਬਿਲਕੁਲ ਸਟ੍ਰੇਟ ਪਾਥ। ਜਦੋਂ ਵੀ ਗ੍ਰਾਫ ਜਿਹੜਾ ਹੈ ਸਟ੍ਰੇਟ ਲਾਈਨ ਆਉਂਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ ਬਾਡੀ ਜਿਹੜੀ ਹੈ
ਉਹ ਰੈਸਟ ਵਿੱਚ ਹੈ। ਫੋਰ ਐਗਜ਼ਾਮਪਲ ਜੇ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਬਣਾਈਏ ਰੈਸਟ ਵਾਲੀ ਆਬਜੈਕਟ ਦਾ, ਮੰਨ ਲਓ ਵੀ ਮੈਂ ਜਿਹੜਾ ਹੈ 2 ਕਿਲੋਮੀਟਰ ਦੂਰ ਸਟੇਸ਼ਨ ਤੇ ਖੜਾ ਹਾਂ। ਸਟੇਸ਼ਨ ਤੇ ਮੈਂ ਕੀ ਕਰ ਰਿਹਾ, ਟ੍ਰੇਨ ਨੂੰ ਵੇਟ ਕਰ ਰਿਹਾ। ਇਹ ਮੇਰਾ ਜਿਹੜਾ ਹੈਗਾ ਸਟੇਸ਼ਨ ਹੈ ਤੇ ਮੈਂ ਆਪਣੇ ਘਰੋਂ 2 ਕਿਲੋਮੀਟਰ ਦੂਰ ਹਾਂ ਤੇ ਟ੍ਰੇਨ ਜਿਹੜੀ ਹੈ ਉਹ ਹਲੇ ਆਈ ਨਹੀਂ ਹੈ ਤੇ ਉਹਨੂੰ ਆਉਣ ਦੇ ਵਿੱਚ ਘੱਟੋ ਘੱਟ ਹਲੇ 3 ਘੰਟੇ ਲੱਗ ਜਾਣੇ ਆ। ਮੰਨ ਲਓ ਮੈਂ ਜਦੋਂ ਸਟੇਸ਼ਨ ਤੇ ਸੀਗਾ ਉਸ ਟਾਈਮ ਤੇ 2 ਵਜੇ ਹੋਏ ਸੀ ਪੂਰੇ। ਸਟੇਸ਼ਨ ਸਾਡਾ 2 ਕਿਲੋਮੀਟਰ ਦੂਰ ਤੇ ਮੈਂ 2 ਵਜੇ ਜਿਹੜਾ ਸਟੇਸ਼ਨ ਜਾ ਕੇ ਬੈਠ ਗਿਆ ਤੇ ਟ੍ਰੇਨ ਜਿਹੜੀ ਆ ਉਹ 5 ਵਜੇ ਆਣੀ ਹੈ। ਇਹਦਾ ਮਤਲਬ ਕਿ ਜਦੋਂ 3 ਵਜਣਗੇ ਉਦੋਂ ਮੈਂ ਕਿੱਥੇ ਹੋਵਾਂਗਾ, ਸਟੇਸ਼ਨ ਤੇ ਜਦੋਂ 4 ਵਜਣਗੇ ਉਦੋਂ ਵੀ ਸਟੇਸ਼ਨ ਤੇ, 5 ਵਜੇ ਵੀ ਅਸੀਂ ਸਟੇਸ਼ਨ ਤੇ। ਕਹਿਣ ਦਾ ਮਤਲਬ ਕਿ ਮੇਰਾ ਜਿਹੜਾ ਗ੍ਰਾਫ ਹੈ ਉਹ ਬਿਲਕੁਲ ਸਟ੍ਰੇਟ ਲਾਈਨ ਆਏਗਾ ਕਿਹਦੇ ਪੈਰਲਲ, ਟਾਈਮ ਐਕਸਿਸ ਦੇ। ਜਦੋਂ ਵੀ ਪੋਜੀਸ਼ਨ ਟਾਈਮ ਗ੍ਰਾਫ ਟਾਈਮ ਐਕਸਿਸ ਦੇ ਪੈਰਲਲ ਆਵੇ ਜਾਂ ਇਹਦੇ ਉੱਪਰ ਹੀ ਆਏ, ਇਹਦਾ ਮਤਲਬ ਹੈ ਕਿ ਬਾਡੀ ਜਿਹੜੀ ਹੈ ਉਹ ਰੈਸਟ ਵਿੱਚ ਹੈਗੀ ਆ, ਉਹਦੀ ਪੋਜੀਸ਼ਨ ਚੇਂਜ ਨਹੀਂ ਹੋ ਰਹੀ। ਨਾਓ ਵਾਟ ਇਜ਼ ਦਾ ਸ਼ੇਪ ਆਫ ਪੋਜੀਸ਼ਨ ਟਾਈਮ ਗ੍ਰਾਫ ਫॉर ਰੈਸਟ ਆਬਜੈਕਟ? it is a straight line parallel to the time axis. Now ਇਹ ਜਿਹੜਾ ਗ੍ਰਾਫ ਹੈ ਦੇਖੋ ਜਿਹਨੂੰ ਡਾਰਕ ਕੀਤਾ ਸੀ, ਇਹ ਬਿਲਕੁਲ ਟਾਈਮ ਐਕਸਿਸ ਦੇ ਉੱਪਰ ਹੈ। ਇਹਦਾ ਮਤਲਬ ਇਹਦੀ ਪੋਜੀਸ਼ਨ ਚੇਂਜ ਨਹੀਂ ਹੋ ਰਹੀ, ਹਲੇ ਪੀ ਕਿਊ ਤੱਕ ਕੋਈ ਵੀ ਬਾਡੀ ਜਿਹੜੀ ਹੈ ਉਹ ਰੈਸਟ ਵਿੱਚ ਹੈ। ਇਸ ਤੋਂ ਬਾਅਦ ਦੇਖੋ ਕਿਊ ਤੋਂ ਲੈ ਕੇ ਏ ਤੱਕ ਇੱਕਦਮ ਜਿਹੜਾ ਗ੍ਰਾਫ ਉੱਪਰ ਗਿਆ, ਇੱਕਦਮ ਉਹਦੀ ਜਿਹੜੀ ਹੈ ਪੋਜੀਸ਼ਨ ਵਧੀ। ਪਿੱਛੇ ਜਿਹੜਾ ਲੈਕਚਰ ਆਪਣਾ ਜਿਹੜਾ ਸਟੱਡੀ ਕੀਤਾ ਸੀ ਲੈਕਚਰ ਦੇ ਵਿੱਚ ਅਸੀਂ ਕਿ ਜਦੋਂ ਵੀ ਸਾਡੇ ਕੋਲ ਪੋਜੀਸ਼ਨ ਟਾਈਮ ਗ੍ਰਾਫ ਹੋਵੇ ਲਾਈਕ ਦਿਸ, ਇਹਨੂੰ ਬੋਲਦੇ ਹਾਂ ਅਸੀਂ ਪੋਜ਼ਿਟਿਵ ਸਲੋਪ। ਇਹ ਸਲੋਪ ਸਾਡਾ ਜਿਹੜਾ ਹੈ ਉਹ ਪੋਜ਼ਿਟਿਵ ਹੈ ਕਿਉਂਕਿ ਜਿਹੜਾ ਐਂਗਲ ਜਿਹੜਾ ਇਹਨੇ ਐਕਸ ਐਕਸਿਸ ਨਾਲ ਬਣਾਇਆ ਹੈ, ਆਹ ਵਾਲਾ ਐਂਗਲ, ਇਟ ਇਜ਼ ਲੈਸ ਦੈਨ 90। ਜਦੋਂ ਐਂਗਲ 90 ਤੋਂ ਘੱਟ ਬਣੇਗਾ ਪੋਜ਼ਿਟਿਵ ਟਾਈਮ ਐਕਸਿਸ ਨਾਲ ਜਾਂ ਐਕਸ ਐਕਸਿਸ ਨਾਲ, ਤੇ ਉਦੋਂ ਟੈਨ ਥੀਟਾ ਦੀ ਜਿਹੜੀ ਵੈਲਿਊ ਹੈ ਉਹ ਪੋਜ਼ਿਟਿਵ ਆਉਂਦੀ ਹੈ ਤੇ ਸਾਡਾ ਜਿਹੜਾ ਹੈ ਸਲੋਪ ਵੀ ਸਾਡਾ ਜਿਹੜਾ ਹੈ ਉਹ ਪੋਜ਼ਿਟਿਵ ਹੁੰਦਾ ਹੈ। ਸਲੋਪ ਪੋਜ਼ਿਟਿਵ ਅਲੋਂਗ ਦਿਸ ਸਾਈਡ। ਇਹਦਾ ਮਤਲਬ ਇਹ ਗ੍ਰਾਫ ਇਸ ਤਰ੍ਹਾਂ ਆਇਆ, ਇਹਦਾ ਮਤਲਬ ਹੈ ਕਿ ਸਲੋਪ ਪੋਜ਼ਿਟਿਵ ਹੈ। ਸਲੋਪ ਸਾਨੂੰ ਵੈਲੋਸਿਟੀ ਦੱਸਦਾ ਹੈ, ਇਹਦਾ ਮਤਲਬ ਇੱਕਦਮ ਇਹਦੀ ਜਿਹੜੀ ਹੈ ਵੈਲੋਸਿਟੀ ਵਧੀ, ਇੱਕਦਮ ਇਹਦੀ ਵੈਲੋਸਿਟੀ ਵੱਧ ਗਈ। ਉਸ ਤੋਂ ਬਾਅਦ ਗ੍ਰਾਫ ਦੇਖੋ ਨੀਚੇ ਨੂੰ ਆ ਗਿਆ। ਹੁਣ ਨੀਚੇ ਨੂੰ ਗ੍ਰਾਫ ਆਉਣ ਦਾ ਮਤਲਬ ਕਿ ਸਾਡੇ ਕੋਲ ਗ੍ਰਾਫ ਇਜ਼ ਲਾਈਕ ਦਿਸ। ਹੁਣ ਜਿਹੜਾ ਪੋਜੀਸ਼ਨ ਤੇ ਟਾਈਮ ਗ੍ਰਾਫ ਹੈ ਇਹਦਾ ਜਿਹੜਾ ਸਲੋਪ, ਆ ਦੇਖੋ ਐਂਗਲ, ਹਮੇਸ਼ਾ ਐਂਗਲ ਜਿਹੜਾ ਪੋਜ਼ਿਟਿਵ ਐਕਸ ਐਕਸਿਸ ਨਾਲ ਲੈਣਾ ਹੈ। ਨਾਓ ਦਿਸ ਐਂਗਲ ਇਜ਼ ਗ੍ਰੇਟਰ ਦੈਨ 90 ਡਿਗਰੀ। ਜਦੋਂ ਐਂਗਲ 90 ਤੋਂ ਵੱਡਾ ਹੁੰਦਾ ਹੈ ਤੇ ਟੈਨ ਥੀਟੇ ਦੀ ਜਿਹੜੀ ਸਾਨੂੰ ਵੈਲਿਊ ਆਏਗੀ ਹੁਣ ਉਹ ਸਾਡੀ ਨੈਗੇਟਿਵ ਆਏਗੀ ਤੇ ਸਲੋਪ ਸਾਡਾ ਕੀ ਆ ਜਾਏਗਾ, ਉਹ ਵੀ ਨੈਗੇਟਿਵ ਹੋ ਜਾਏਗਾ। ਜਦੋਂ ਐਂਗਲ 90 ਤੋਂ ਘੱਟ ਬਣੇਗਾ ਸਲੋਪ ਪੋਜ਼ਿਟਿਵ, ਤੇ ਜਦੋਂ ਐਂਗਲ 90 ਤੋਂ ਵੱਧ ਬਣਦਾ ਹੈ ਉਹ ਸਲੋਪ ਨੈਗੇਟਿਵ। ਇਹਦਾ ਸਲੋਪ ਪੋਜ਼ਿਟਿਵ, ਇਹਦਾ ਸਲੋਪ ਜਿਹੜਾ ਹੋ ਗਿਆ ਸਾਡੇ ਕੋਲ ਨੈਗੇਟਿਵ ਹੋ ਗਿਆ। ਨਾਓ ਇੱਥੇ ਵੈਲੋਸਿਟੀ ਵਧੀ, ਇੱਥੇ ਇੱਕਦਮ ਉਹਦੀ ਵੈਲੋਸਿਟੀ ਘਟ ਗਈ, ਘਟਦੀ ਜਿਹੜੀ ਹੈ ਇੱਥੇ ਆ ਕੇ 0 ਹੋਣ ਤੋਂ ਬਾਅਦ ਫਿਰ ਗ੍ਰਾਫ ਦੇਖੋ ਤੁਹਾਡਾ ਬਿਲਕੁਲ ਪੈਰਲਲ ਹੋ ਗਿਆ ਟਾਈਮ ਦੇ। ਜਦੋਂ ਗ੍ਰਾਫ ਪੈਰਲਲ ਹੋ ਜੇ ਇਹਦਾ ਮਤਲਬ ਹੈ ਸਾਡੇ ਕੋਲ ਫਿਰ ਦੁਬਾਰਾ ਕਿਹੜੀ ਪੋਜੀਸ਼ਨ ਹੈ, ਰੈਸਟ। ਆ ਵੀ ਪੋਜੀਸ਼ਨ ਕਿਹੜੀ ਸੀਗੀ, ਰੈਸਟ। ਇੱਥੇ ਜਿਹੜੀ ਹੈ ਵੈਲੋਸਿਟੀ ਇੰਕਰੀਜ਼, ਇੱਥੇ ਜਿਹੜੀ ਹੈ ਸਾਡੀ ਵੈਲੋਸਿਟੀ ਜਿਹੜੀ ਹੈ ਡਿਕਰੀਜ਼ ਹੋਈ। ਨਾਓ ਇਸ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਡੇਲੀ ਲਾਈਫ 'ਚ ਕਦੋਂ ਆਉਂਦੀ ਹੈ, ਆਓ ਇਹਦੇ ਬਾਰੇ ਦੇਖੀਏ। ਮੰਨ ਲਓ ਸਾਡੇ ਕੋਲ ਇੱਕ ਬਾਲ ਹੈ, ਬਾਲ ਸਾਡਾ ਗਰਾਊਂਡ ਤੇ ਪਿਆ, ਇੰਨਾ ਚਿਰ ਬਾਲ ਗਰਾਊਂਡ ਤੇ ਪਿਆ ਰਿਹਾ ਰੈਸਟ ਵਿੱਚ। ਇੱਕਦਮ ਅਸੀਂ ਜਿਹੜਾ ਹੈ ਇਸ ਨੂੰ ਕਿੱਕ ਮਾਰਦੇ ਹਾਂ। ਜਦੋਂ ਬਾਲ ਨੂੰ ਕਿੱਕ ਮਾਰੀ, ਬਾਲ ਨੇ ਇੱਕਦਮ ਵੈਲੋਸਿਟੀ ਗੇਨ ਕੀਤੀ, ਇਹ ਉਹਦੀ ਵੈਲੋਸਿਟੀ ਗੇਨ ਹੋਈ। ਉਸ ਤੋਂ ਬਾਅਦ ਬਾਲ ਜਿਹੜੀ ਹੈ ਸਾਹਮਣੀ ਵਾਲ ਉੱਪਰ ਜਾ ਕੇ ਸਟ੍ਰਾਈਕ ਹੋਈ। ਜਦੋਂ ਬਾਲ ਸਾਹਮਣੇ ਵਾਲ ਉੱਪਰ ਸਟ੍ਰਾਈਕ ਹੋਏਗੀ, ਟੱਕਰ ਖਾਣ ਤੋਂ ਬਾਅਦ ਉਥੋਂ ਰੀਬਾਉਂਡ ਹੋਈ, ਪਿਛਾਂ ਨੂੰ ਆਈ। ਜਦੋਂ ਟੱਕਰ ਖਾ ਕੇ ਪਿੱਛੇ ਨੂੰ ਆਉਂਦੀ ਹੈ ਤੁਹਾਨੂੰ ਪਤਾ ਉਹਦੀ ਵੈਲੋਸਿਟੀ ਘਟਦੀ ਹੈ, ਨਾਲ ਹੀ ਉਹਦੀ ਵੈਲੋਸਿਟੀ ਦੇਖੋ ਘਟਣੀ ਸ਼ੁਰੂ ਹੋ ਗਈ। ਘਟ ਕੇ
ਇਹ ਉਹਦੀ ਪੋਜੀਸ਼ਨ ਦੇਖੋ, ਪਹਿਲਾਂ ਪੋਜ਼ਿਟਿਵ ਸੀ ਤੇ ਆ ਨੈਗੇਟਿਵ ਹੋ ਗਈ, ਉੱਪਰ ਵਾਲਾ ਪੋਜ਼ਿਟਿਵ ਨੀਚੇ ਵਾਲਾ ਨੈਗੇਟਿਵ। ਇਹ ਪੋਜੀਸ਼ਨ ਨੈਗੇਟਿਵ ਦਾ ਮਤਲਬ ਹੈ ਕਿ ਬਾਲ ਜਿਹੜੀ ਹੈ ਹੁਣ ਜਿਹੜੀ ਵਾਲ ਤੋਂ ਟੱਕਰ ਖਾਦੀ ਸੀ ਹੁਣ ਉਹ ਪਹਿਲੀ ਵਾਲ ਦੂਸਰੀ ਵਾਲ ਵਾਲੇ ਪਾਸੇ ਉਹ ਵਾਪਸ ਆ ਰਹੀ ਹੈ। ਉਸ ਤੋਂ ਬਾਅਦ ਆ ਕੇ ਉਹ ਕੱਚ ਆ ਗਈ, ਉਹ ਰੈਸਟ ਵਿੱਚ ਆ ਚੁੱਕੀ ਹੈ। ਨਾਓ ਦਿਸ ਰਿਪਰੈਜ਼ੈਂਟ ਦਾ ਸਿਚੁਏਸ਼ਨ of a ball which is kicked by a boy, and after rebounding from the ball come back to the other wall, and after it come back to at rest. Now this graph, what does this represent? ਮੰਨ ਲਓ ਕਿ ਸਾਡੇ ਕੋਲ ਇੱਕ ਬਾਲ ਹੈ, ਇਹਨੂੰ ਆਪਾਂ ਪਕੜ ਲਿਆ। ਜਦੋਂ ਬਾਲ ਨੂੰ ਕਿਸੇ ਹਾਈਟ ਤੇ ਲੈ ਕੇ ਇਥੋਂ ਛੱਡ ਦਿੰਨੇ, ਜਦੋਂ ਬਾਲ ਥੱਲੇ ਵੱਜੇਗਾ ਤੇ ਥੱਲੇ ਜਾ ਕੇ ਹਿੱਟ ਕਰੇਗਾ ਤੇ ਉਹਦੀ ਜਿਹੜੀ ਹੈ ਇੱਕ ਹਿੱਟ ਤੋਂ ਬਾਅਦ ਵੈਲੋਸਿਟੀ ਘਟੇਗੀ, ਫਿਰ ਦੁਬਾਰਾ ਨਾਲ ਥੱਲੇ ਜਾ ਕੇ ਸਟ੍ਰਾਈਕ ਕਰੇਗਾ। ਜਦੋਂ ਬਾਲ ਬੁੜਕੇਗਾ ਉਹਦੀ ਹਰ ਇੱਕ ਸਟ੍ਰਾਈਕ ਤੋਂ ਬਾਅਦ ਵੈਲੋਸਿਟੀ ਉਹਦੀ ਘਟਦੀ ਜਾਏਗੀ, ਆਖਿਰ ਬਾਲ ਜਿਹੜਾ ਹੈ ਉਹ ਰੈਸਟ ਵਿੱਚ ਆ ਜਾਏਗਾ। ਪਹਿਲਾਂ ਦੇਖੋ ਇਹ ਵੈਲੋਸਿਟੀ ਸੀਗੀ, ਫਿਰ ਉਸ ਤੋਂ ਬਾਅਦ ਘਟ ਗਈ, ਹਰ ਇੱਕ ਟੱਕਰ ਤੋਂ ਬਾਅਦ ਘਟਦੀ ਜਿਹੜੀ ਹੈ ਉਹਦੀ ਵੈਲੋਸਿਟੀ ਕਿੰਨੀ ਹੋ ਗਈ, ਇੱਥੇ ਆ ਕੇ ਤੁਹਾਡੀ 0 ਹੋ ਗਈ। ਇਸ ਤਰ੍ਹਾਂ ਜਿਹੜਾ ਹੈ ਬਾਲ ਤੁਹਾਡਾ ਜਿਹੜਾ ਉਹ ਰੈਸਟ ਵਿੱਚ ਆ ਗਿਆ। ਆਈ ਥਿੰਕ ਕਿ ਤੁਹਾਨੂੰ ਅੱਜ ਜਿਹੜੇ 4 ਨਿਊਮੈਰੀਕਲਸ ਮੈਂ ਜਿਹੜੇ ਕਰਾਏ ਨੇ ਤੁਹਾਨੂੰ ਕਲੀਅਰ ਹੋ ਗਏ। ਇਹ ਬਹੁਤ ਹੀ ਇੰਪੋਰਟੈਂਟਸ ਨੇ ਫਰੋਮ ਦਾ ਪੋਜੀਸ਼ਨ ਆਪਣਾ ਮੋਸ਼ਨ ਇਨ 1 ਡਾਈਮੈਂਸ਼ਨ ਪੁਆਇੰਟ ਆਫ ਵਿਊ, ਤੇ ਆਈ ਹੋਪ ਕਿ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਕਰੋਗੇ। ਥੈਂਕ ਯੂ।